ਤਾਂ ਸੱਚੀ ਗੱਲ ਆ ਕਿ ਮਹਿਸੂਸ ਬੜਾ ਹੋਇਆ ਵੀ ਅਸੀਂ ਕਿੱਧਰ ਨੂੰ ਤੁਰ ਪਏ। ਅਸਲੀ ਜਿਹੜੇ ਇਸ਼ੂ ਸੀ ਅਸੀਂ ਉਹ ਕਿੱਧਰ ਨੂੰ ਲੈ ਗਏ, ਕਿਉਂਕਿ ਕੋਵਿਡ ਦਾ ਸਮਾਂ ਪੰਜਾਬ ਬੜੇ ਡਿਫਿਕਲਟ ਔਰ ਹਿੰਦੁਸਤਾਨ ਬੜੇ ਡਿਫਿਕਲਟ ਦੌਰ ਚੋਂ ਗੁਜ਼ਰ ਰਿਹਾ ਤੇ ਉਸ ਦੌਰ ਦੇ ਵਿੱਚ ਇੱਕ ਚੀਫ ਮਿਨਿਸਟਰ ਆਪਣੇ ਪੋਲੀਟੀਕਲ ਸੈਕਟਰੀ ਰਾਹੀਂ ਇੱਕ ਐਮਐਲਏ ਨੂੰ ਇਹ ਸੁਨੇਹਾ ਦੇ ਰਿਹਾ ਭਈ ਤੂੰ ਤਿਆਰ ਹੋ ਜਾ, ਤੈਨੂੰ ਠੋਕਣਾ। ਮੈਂ ਕਿਹਾ ਫਿਰ ਤੂੰ ਇੱਕ ਮੇਰਾ ਸੁਨੇਹਾ ਦੇ ਸਕਦਾ? ਮੈਂ ਕਿਹਾ ਜੇ ਸੱਚ ਬੋਲਣ ਦੀ ਇਹ ਸਜ਼ਾ ਆ ਨਾ, ਜੇ ਅਸੀਂ ਬੇਅਦਬੀਆਂ ਦੀ ਕੋਈ ਗੱਲ ਕੀਤੀ ਆ, ਜੇ ਪਾਵਰ ਪਰਚੇਜ਼ ਐਗਰੀਮੈਂਟਸ ਦੀ ਰਿਵਿਊ ਕਰਨ ਦੀ ਗੱਲ ਕੀਤੀ ਆ, ਜੇ ਮਾਈਨਿੰਗ ਦੀ ਗੱਲ ਕੀਤੀ ਆ, ਜੇ ਐਕਸਾਈਜ਼ ਦੀ ਗੱਲ ਕੀਤੀ ਆ, ਤੇ ਉਹ ਕਾਹਦੇ ਲਈ ਕੀਤੀ ਆ? ਉਹ ਇਸ ਕਰਕੇ ਕੀਤੀ ਆ ਵੀ ਪੰਜਾਬ ਦੀ ਇਕਨੋਮੀ ਠੀਕ ਹੋ ਜਾਵੇ, ਪੰਜਾਬ ਦਾ ਸੋਸ਼ਲ ਕਲਚਰ ਠੀਕ ਹੋ ਜਾਵੇ। ਪੰਜਾਬ ਬੇਸਿਕਲੀ ਜਿਹੜਾ ਕਿਤੇ ਨਾ ਕਿਤੇ ਗੁਰੂਆਂ ਪੀਰਾਂ ਦੀ ਧਰਤੀ ਆ, ਉਹ ਕਿਸੇ ਵੀ ਧਰਮ ਨਾਲ ਕੋਈ ਵਿਤਕਰਾ ਹੁੰਦਾ, ਕਿਸੇ ਵੀ ਜਾਤ ਨਾਲ ਕੋਈ ਵਿਤਕਰਾ ਹੁੰਦਾ, ਕਿਉਂਕਿ ਸਾਡੀ ਫਿਲਾਸਫੀ ਉਹ ਆ। ਅਸੀਂ ਕੰਮ ਤਾਂ ਉਹਦੇ ਤੇ ਕਰਨਾ ਸੀ, ਕਿਉਂਕਿ 2 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਚਿੱਠੀ ਲਿਖੀ ਸੀ, ਤੇ ਲੇਕਿਨ ਜੇ ਉਹਦੀ ਕਿਹੜਿਆ, ਮੈਂ ਕਿਹਾ ਜਿੱਥੇ ਮਰਜੀ ਜਦੋਂ ਮਰਜੀ ਮੈਂ ਰੈਡੀ ਆ, ਮੈਂ ਬਿਲਕੁਲ ਤਿਆਰ ਆ ਇਸ ਕੰਮ ਲਈ। ਸਰਕਾਰ ਨੇ ਜੋ ਕਰਨਾ ਉਹ ਕਰ ਲਵੇ, ਕਿਉਂਕਿ ਮੈਨੂੰ ਨਹੀਂ ਸੀ ਪਤਾ ਵੀ ਅਸਲੀ ਗੱਲ ਆ ਇਹ ਪੋਲਿਟਿਕਸ ਜਿਹੜੀ ਉਹ ਇੰਨੀ ਮਾੜੀ ਹੁੰਦੀ ਆ। ਔਰ ਪੜ੍ਹਨਾ ਵੀ ਆਉਂਦਾ, ਲਿਖਣਾ ਵੀ ਆਉਂਦਾ ਤੇ ਸਮਝਣਾ ਵੀ ਆਉਂਦਾ। ਅਸਲੀਅਤ ਇਹ ਆ ਵੀ ਇਹ ਲੋਕੀ ਪਹਿਲਾਂ ਤੁਹਾਡੇ ਤੇ ਅਹਿਸਾਨ ਕਰਦੇ ਆ। ਮੈਂ ਨਹੀਂ ਕਹਿੰਦਾ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਕੇ ਆਏ ਸੀ ਪੋਲਿਟਿਕਸ ਦੇ ਵਿੱਚ, ਮੈਂ ਨਹੀਂ ਆਉਂਦਾ ਸੀ, ਲੇਕਿਨ ਇੰਨਾ ਆਸਾਨ ਤਾਂ ਨਹੀਂ ਨਾ ਵੀ ਹੁਣ ਅਸੀਂ ਪੰਜਾਬ ਲੁੱਟਦਾ ਹੋਇਆ ਦੇਖ ਲਈਏ। ਮੈਂ ਕਦੀ ਕਿਸੇ ਪੋਲੀਟੀਕਲ ਪਾਰਟੀ ਨੂੰ ਅੱਜ ਤੱਕ ਮਾੜਾ ਨਹੀਂ ਕਿਹਾ, ਕਿਉਂਕਿ ਪੋਲੀਟੀਕਲ ਪਾਰਟੀਆਂ ਨਹੀਂ ਮਾੜੀਆਂ, ਉਹਨੂੰ ਚਲਾਉਣ ਵਾਲੇ ਲੋਕ ਮਾੜੇ ਆ। ਉਹਨੂੰ ਚਲਾਉਣ ਵਾਲੇ ਲੋਕਾਂ ਨੇ ਧੰਦਾ ਬਣਾ ਲਿਆ ਤੇ ਉਸ ਡੈਮੋਕ੍ਰੇਸੀ ਨੂੰ ਬਚਾਉਣ ਦੀ ਜ਼ਰੂਰਤ ਹੈ। ਤੇ ਜੇ ਉਸ ਡੈਮੋਕ੍ਰੇਸੀ ਨੂੰ ਨਾ ਬਚਾਵਾਂਗੇ ਤਾਂ ਫਿਰ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਲਈ ਬਹੁਤਾ ਚੰਗਾ ਨਹੀਂ। ਜੇ ਸੂਬੇ ਦੇ ਵਿੱਚੋਂ ਹਰ 10ਵੀਂ ਜਾਂ +2 ਪਾਸ ਕਰਕੇ ਬੱਚਾ ਬਾਹਰ ਜਾਣ ਨੂੰ ਤਿਆਰ ਆ, ਉਹ ਕਹਿੰਦਾ ਅਸੀਂ ਡਿਗਰੀ ਨਹੀਂ ਕਰਨੀ, ਸਾਨੂੰ ਆਈਲੈਟਸ ਕਰਾ ਦਿਓ। ਹਰ ਬਿਜ਼ਨਸਮੈਨ ਭੱਜਣ ਨੂੰ ਤਿਆਰ ਆ, ਹਰ ਉਹ ਇਨਸਾਨ ਇੱਥੋਂ ਜਾਣ ਨੂੰ ਤਿਆਰ ਆ ਜਿਹੜੇ ਅਸੀਂ ਪੰਜਾਬ ਦੀ ਗੱਲ ਕਰਦੇ ਆ। ਕਿਉਂਕਿ ਮੈਂ ਤਾਂ ਹਿੰਦੁਸਤਾਨ ਦੀ 10 ਸਾਲ ਕਪਤਾਨੀ ਕਰ ਲਈ, ਤੇ ਜਦੋਂ ਤੁਹਾਡੇ ਹੱਥ 'ਚ ਝੰਡਾ ਹੁੰਦਾ ਸੀ ਨਾ, ਤੇ ਤੁਸੀਂ ਮਾਣ ਮਹਿਸੂਸ ਕਰਦੇ ਸੀ ਵੀ ਅਸੀਂ ਹਿੰਦੁਸਤਾਨ ਨੂੰ ਰਿਪਰੈਜ਼ੈਂਟ ਕਰਦੇ ਆ। ਤੇ ਮੈਂ ਕਈ ਵਾਰੀ ਉਹ ਐਥਲੀਟ ਰੋਂਦੇ ਵੀ ਦੇਖੇ, ਉਹ ਉਹਨਾਂ ਦੀ ਫੀਲਿੰਗ ਆ, ਉਹ ਆਪਣੇ ਕੰਟਰੀ ਦਾ ਜਦੋਂ ਝੰਡਾ ਲੈ ਕੇ ਅੱਗੇ ਵਧਦੇ ਆ। ਤੇ ਇਹ ਮੇਰੇ ਵਰਗੇ ਨਾਲ ਜੇ ਇਦਾਂ ਦਾ ਇਹ, ਕਿਉਂਕਿ ਹਰ ਬੰਦੇ ਦੀ ਬਾਹ ਮਰੋੜਦੇ ਆ, ਹਰ ਬੰਦੇ ਨੂੰ ਇਹਨਾਂ ਏਜੰਸੀਆਂ ਦੇ ਥਰੂ ਇਹ ਕਹਿੰਦੇ ਆ ਕਿ ਹਾਂ ਵੀ ਆ ਜਾ ਤੇਰੀ ਹੁਣ ਬਾਹ ਮਰੋੜੀਏ। ਕੈਪਟਨ ਸਾਹਿਬ, ਆਪਾਂ ਪੁੱਠੇ ਰਾਹ ਪੈ ਗਏ ਆ। ਆਪਾਂ ਇਹ ਬਾਹ ਮਰੋੜ ਵਾਲੀ ਰਾਜਨੀਤੀ ਛੱਡੀਏ। ਸਮਾਂ ਕਿਸੇ ਦਾ ਨਹੀਂ ਬਚਦਾ ਹੁੰਦਾ, ਸਮਾਂ ਮੁਗਲਾਂ ਦਾ ਨਹੀਂ ਬਚਿਆ, ਮੰਗੋਲੀਅਨ ਦਾ ਨਹੀਂ ਬਚਿਆ, ਗੋਰਿਆਂ ਦਾ ਨਹੀਂ ਬਚਿਆ। ਇੱਥੇ ਬਹੁਤ ਆਏ ਆ, ਇੱਥੇ ਬਹੁਤਿਆਂ ਨੇ ਆਉਣਾ। ਜਿਹੜੀ ਕਿਤੇ ਜਿਹੜਾ ਸੂਰਜ ਚੜ੍ਹਦਾ ਹੁੰਦਾ ਨਾ, ਉਹ ਢਲਦਾ ਵੀ ਹੁੰਦਾ। ਔਰ ਜਿਹੜੀ ਜਿੰਨੀਆਂ ਏਜੰਸੀਜ਼ ਹੈਗੀਆਂ, ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਤੇ ਅਫਸਰ ਉਹ ਆਵੇ ਜਿਹੜਾ ਸਾਫ਼ ਸੁਥਰਾ ਹੋਵੇ, ਜਿਹਦੀਆਂ ਲੱਤਾਂ ਭਾਰ ਚੱਲਦੀਆਂ ਹੋਣ, ਉਹ ਮੇਰੇ ਵੱਲ ਆ ਜਾਵੇ, ਜਦੋਂ ਮਰਜ਼ੀ ਆ ਜਾਵੇ, ਜਾਂ ਮੈਨੂੰ ਕਾਲ ਕਰ ਲਵੇ, ਮੈਂ ਚਲੇ ਜਾਣਾ ਉੱਥੇ। ਇਹ ਧਮਕੀਆਂ, ਕਿਉਂਕਿ ਅਸਲੀ ਗੱਲ ਹੈ ਕਿ ਪੋਲੀਟੀਕਲ ਸਿਸਟਮ 'ਚ ਮੈਂ ਤਾਂ ਇਹ ਦੇਖ ਰਿਹਾ ਵੀ ਪਾਰਟੀਆਂ ਦੀਆਂ ਪਾਰਟੀਆਂ ਰਲ ਜਾਂਦੀਆਂ ਆਪਸ ਵਿੱਚ, ਬਿਊਰੋਕਰੈਟਸ ਰਲ ਜਾਂਦੇ ਆ। ਜਿੱਦਣ ਬਿਊਰੋਕਰੈਟਸ ਆਪਣੀ ਜੌਬ ਦੇ ਵਿੱਚ ਆਉਂਦਾ ਨਾ, ਜੇ ਕਿਤੇ IPS ਭਰਤੀ ਹੋ ਕੇ, IPS ਭਰਤੀ ਹੋ ਕੇ, PPS PCS ਭਰਤੀ ਹੋ ਕੇ, ਤਾਂ ਉਹਨੂੰ ਸਹੁੰ ਖਿਲਾਈ ਜਾਂਦੀ ਆ ਵੀ ਬਿਨਾਂ ਕਿਸੇ ਪ੍ਰੈਸ਼ਰ ਤੋਂ, ਬਿਨਾਂ ਕਿਸੇ ਕਰੀਡ ਐਂਡ ਕਾਸਟ ਤੋਂ ਤੂੰ ਕਾਨੂੰਨ ਦੇ ਮੁਤਾਬਕ ਕੰਮ ਕਰਨਾ। ਇੰਸਟੀਟਿਊਸ਼ਨਸ ਬਰਬਾਦ ਕਰ ਦਿੱਤੇ ਇਹਨਾਂ ਲੋਕਾਂ ਨੇ।
ਜਦੋਂ ਇੰਸਟੀਟਿਊਸ਼ਨਸ ਬਰਬਾਦ ਕਰ ਦਿੱਤੇ। मैं कहना पोलिटिकल बंदा तो आपां नूं सारिआं नूं गल समझ आ गई, लेकिन ब्यूरोक्रेट तो एक पोस्टिंग करके इन्हां दीआं कठपुतलियां बन गईयां। मैं नहीं कहंदा ईमानदार है नहीं, विच हैगे आ, लेकिन वरतदे ओहो जिहिआं नूं आ जिहड़े कि इन्हां दे विच भी ब्लैक शीप्स आ। सुखी रंधावे ने कल स्टेटमेंट दित्ती आ चन्नी दे भी अज जिहड़े चरणजीत सिंह चन्नी आ उन्हां दे अगेंस्ट भी अज खबर प्लांट कराई गई। जे यही गल्लां असी कदों कैप्टन अमरिंदर सिंह नूं लाउण तुर पए सी, असी कदों कहा सी। लेकिन जे ये सच की सज़ा देनी चाहुंदे आ तां फिर जरूर जिथे मर्जी जदों मर्जी जिथे मर्जी आ जाण। इन्हां लोकां ने, क्योंकि मैं तां सिर्फ इक्को ही गल करदा हुन्ना भी आपां काम कर लईए, आपां इंस्टीट्यूशनस रहण दईए, लेकिन ना। और वो जिहड़ा विजिलेंस दा DGP आ परतिंदर चहल, क्योंकि हुण तुसीं मैनूं ये कहोगे भी हाँ भी डी फैक्टो उही आ, उही ही बेसिकली ये ताना बाणा मुड़दा। और मैनूं सारा कुछ, मैनूं गल समझ भी हैगी आ, मेरा दिमाग भी चलदा ते मैनूं लिखना भी आउंदा, मैनूं पढ़ना भी आउंदा ते मेरे च गट्स भी हैगे आ कि पंजाब नूं किद्दां डिफेंड करना। मैं तां असली गल है तुहाडे नाल पिछली वारी जदों प्रैस कॉन्फ्रेंस कीती सी, मैं तुहानूं कहा सी भी आपां 5 7 10 दिनां ताईं मिलांगे, पर मिलना तां किसी होर टॉपिक ते सी। असली गल है मिलना किसी होर टॉपिक ते सी, पर इह तां विच टॉपिक ही होर ले आंदा। वो भी मैं तुहानूं किसी दिन, क्योंकि आपां 2-4 दिनों बाद मिलते रहा करांगे, क्योंकि लड़ाई असूलों की आ, लड़ाई उन्हां कदरां कीमतां दी जिहड़ी लड़ाई पंजाब लई आ। जे नहीं लड़ांगे तां फिर जे तां तुसीं भी मैनूं दस दिओ भी जे तां इह सिस्टम बहुत चंगा चलदा, फिर तां मैं भी तुहाडे कोलों माफ़ी मंग लूँगा कि भाई मेरे कोलों गलती हो गई। लेकिन जे, क्योंकि डेमोक्रेसी के जिहड़े चारे थंम है, जे चारे पिलर आ, पत्रकार भी विच बहुत चंगे हैगे आ, हर फील्ड दे विच बहुत चंगे बंदे आ, लेकिन असली गल है हौली हौली इन्हां ने डिमोलिश करन दी कसर कोई नहीं छड्डी। किन्ने पैसे चाहिए आ बंदे नूं जिंदगी जीण लई? मैनूं लगदा सानूं ये नहीं पता लग सकिया अज तक भी सानूं जिंदगी जीण लई पैसे किन्ने चाहिए आ। आह कोविड वर्गी महामारी दे विच इहो जिहे बंदे चले गए जिन्हां बारे कदी सोचिया नहीं सीगा, जिन्हां बारे महसूस करते आ, लेकिन महसूस बड़ा होया मैनूं। मैं 1-2 दिन तो सच्ची गल है इन्ना अपसैट रहा, मैं कहा यार आह दिन मेरे वर्गे नूं देखने पैणगे, आह दिन मेरे वर्गे बंदे नूं, क्योंकि कदी प्रोटोकॉल तो बाहर नहीं गया, कदी कोशिश की आ भी हाँ भी सिस्टम दे विच रह के जिन्ना क भी सुधार कर सकते, क्योंकि मैं ये नहीं कहता कि असीं सारिआं नूं सुधार कर सकते हैं। लैट अस मेक ए टीम, लैट अस मेक ए पंजाब मूविंग। ये लोकां दी कचहरी आ, लोकां नूं बदलना पऊगा, सोच बदलनी पऊगी। पिंडां दे पिंड इन्हां लोकां ने धड़ियां 'च वंड के रख दिते ते आप शाम नूं इकट्ठे ही आ। आप जदों किते भी सिस्टम 'च उलझण आउंदी आ, जदों तीजा बंदा कोई कहण दी जुरत करदा, उदों फिर उहनूं सारे जणे इकट्ठे हो के पैंदे आ। नवजोत सिंह सिद्धू जे 2 साल पहलां जे इन्हां कोल उहदे अगेंस्ट इन्ना मटीरीअल है तो फिर 2 साल भी क्यों रखिया? विजिलेंस का एक एक्सीयन के उत्ते 1200 करोड़ का परचा दर्ज करता। तुसीं सारे सियाणे हो, एक विजिलेंस ऑफिसर जिहड़ा सिस्टम जिहड़ा वो एक एक्सीयन ते 1200 करोड़ का परचा दर्ज करता, इसदा मतलब उहदे अगे पिछे कोई है नहींगा। फिर इहो जिहा सिस्टम तो आपां लैणा की आ? इरीगेशन की फाइल पिछले 4 सालों 4.25 सालों वो कित्थे तुरी फिरदी आ? मैनूं गल समझ हैगी आ, क्योंकि उहदे विच वड्डियां मच्छियां कदी उहनूं सज्जे नूं कर लैंदे आ, कदी खब्बे नूं कर लैंदे आ, कदी किसे पासे नूं कर लैंदे आ, कदी किसे पासे नूं कर लैंदे आ। इस करके कप्तान साहब, मैं भी हिंदुस्तान का कैप्टन रहा हाँ हॉकी का, लेकिन मैं इज्जत, क्योंकि बेसिक मेरी प्रॉब्लम कित्थे आ कि मैं कदी प्रोटोकॉल नहीं तोड़दा, मैं कदी डिसरिस्पैक्ट किसी नूं शो नहीं करदा। मैनूं ये आस सी, सच्ची गल आ 2017 च भी कैप्टन अमरिंदर सिंह दी लास्ट इनिंग आ ते ये पंजाब लई कुछ ना कुछ चंगा करके जाणगे।
पर अफसोस है असी पुठे राह पा लिया। किते किते बैठ के कल्ले, मैं कैप्टन अमरिंदर सिंह नूं कहना चाहुंदा, किते बैठ के कल्ले कमरे 'च शीशे 'च बैठ के सोचियो तो सही भी मैं कर की रहा। ये तो नहीं है किते आले दुआले जिहड़ी कोटरी इकट्ठी हुई आ वो तुहानूं किसी तरह की मिसगाइड कर रही आ। पंजाब लई कर की रहे हो? मैनूं तां इह भी पता भी कौन कौन कित्थे कित्थे मिलिया। मैं तो चुप सी, मैं कहा छड्डो, क्योंकि आपां इन्हां कम्मां 'चों की लड़ा, अपना रोल प्ले करिए। क्योंकि मैं बीइंग ए खिडारी, मैं हमेशा ये कहना हुन्ना कि जदों टीम चंगी हो जूगी तो हौली हौली उहदे रिजल्ट चंगे होणगे, पर अपनी जिम्मेवारी निभाओ। लेकिन जदों मेरे वर्गे बंदे नूं जे ये धमकी दिंदे आ तां फिर मेरा ख्याल है भी लड़न तो इलावा साडे कोल चारा कोई नहीं है। और उस लड़ाई दे विच ये जिथे मर्जी चले जाण, जिद्दां मर्जी कर लैण, एंड आई एम वेरी ओपन। थैंक यू वेरी मच। जिससे ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਨਿਸ਼ਾਨੇ ਤੇ ਆ ਗਏ, ਨਵਜੋਤ ਸਿੰਘ ਸਿੱਧੂ ਦੇ ਨਿਸ਼ਾਨੇ ਤੇ ਆ ਗਏ, ਜਗਜੀਤ ਸਿੰਘ ਚੰਨੀ ਨਿਸ਼ਾਨੇ ਤੇ ਆ ਗਏ, ਔਰ ਕੱਲ ਇਹ ਵੀ ਛਪ ਪਿਆ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਵੀ ਗੈਂਗਸਟਰਾਂ ਦੇ ਨਾਲ ਸੰਬੰਧਾਂ ਨੂੰ ਲੈ ਕੇ ਵੀ ਚੁੱਪ-ਚੁਪੀਤੇ ਤੇ ਪੜਤਾਲ ਕੀਤੀ ਹੈ। ਮਤਲਬ ਉਹ ਲੋਕ ਜਿਹੜੇ ਬੇਅਦਬੀ ਦੀ ਔਰ ਨਸ਼ਿਆਂ ਦੀ ਇਨਸਾਫ ਮੰਗਦੇ, ਉਹ ਟਾਰਗੇਟ ਹੋ ਰਹੇ ਨੇ ਕਿ ਜਾਂ ਉਹਨਾਂ ਨੂੰ ਕੋਈ ਖਤਰਾ ਹੈਗਾ ਕਿ ਇਹ ਜਿਹੜਾ ਗਰੁੱਪ ਹੈ ਹੈਵੀ ਹੋ ਰਿਹਾ ਜੀ? ਅਸੀਂ ਅੱਜ ਤੱਕ ਕਦੀ ਰਿਐਲਿਟੀ ਇਹ ਆ, ਮੈਂ ਤੇ ਨਵਜੋਤ ਸਿੰਘ ਸਿੱਧੂ ਨੇ ਕਦੀ ਗਰੁੱਪ ਨਹੀਂ ਬਣਾਇਆ। ਅੱਜ ਤੱਕ ਨਵਜੋਤ ਸਿੱਧੂ ਦੀ ਵੀ 14-16 ਸਾਲ ਦੀ ਰਾਜਨੀਤੀ ਆ, ਉਹਦੇ ਨਾਲ ਕਦੀ ਕੋਈ ਗਰੁੱਪ ਬਣਿਆ। ਜਦੋਂ ਅਸੀਂ ਇੱਕ ਟੀਮ 'ਚ ਆ ਗਏ, ਅਸੀਂ ਕਾਂਗਰਸ ਦੀ ਟੀਮ 'ਚ ਆ ਗਏ, ਤੇ ਇਹ ਕਾਹਦਾ ਗਰੁੱਪ ਹੋਇਆ? ਉਹਦੇ ਵਿੱਚ ਅਸੀਂ, ਮੈਂ ਤਾਂ ਇੱਥੋਂ ਤੱਕ ਵੀ ਆ, ਮੈਂ ਕਦੀ ਇਦਾਂ ਦੀ ਗੱਲ ਹੀ ਨਹੀਂ ਕਰਦਾ। ਮੈਂ ਪਹਿਲਾਂ ਅੰਦਰ ਬਹਿ ਕੇ ਗੱਲ ਕਰਦਾ, ਫਿਰ ਜੇ ਕੋਈ ਨਹੀਂ ਸੁਣਦਾ ਤਾਂ ਫਿਰ ਮੈਂ ਲਿਖ ਕੇ ਕਰਦਾ, ਫਿਰ ਜੇ ਲਿਖ ਕੇ ਵੀ ਨਹੀਂ ਸੁਣਦਾ ਫਿਰ ਮੈਂ ਫਿਰ ਬੇਨਤੀ ਕਰਦਾ ਵੀ ਨਾ ਆਪਾਂ ਪੰਜਾਬ ਦਾ ਨੁਕਸਾਨ ਨਾ ਕਰੀਏ। ਜੇ ਆਹ ਚੀਜ਼ਾਂ ਕਰਨ ਵਾਲੀਆਂ ਹੈਗੀਆਂ ਇਹਨੂੰ ਕਰ ਲਈਏ, ਤੇ ਜੇ ਉਹਦੇ ਬਾਵਜੂਦ ਵੀ ਤੇ ਫਿਰ ਕਿਤੇ ਜਾ ਕੇ ਮੈਂ ਮੀਟਿੰਗ 'ਚ ਇਹ ਗੱਲ ਕਹਿਣਾ ਵੀ ਆਹ ਇਸ਼ੂਜ਼ ਹੈਗੇ ਆ ਐਂਡ ਦੀਜ਼ ਆਰ ਦਾ ਪੁਆਇੰਟਸ। ਕਿਉਂਕਿ ਹੋ ਸਕਦਾ ਬਹੁਤੇ ਐਮਐਲਏਆਂ ਨੂੰ ਇਸ ਸਿਸਟਮ ਦੀ ਨਾ ਸਮਝ ਆਉਂਦੀ ਹੋਵੇ, ਲੇਕਿਨ ਸਮਝ ਇਸ ਗੱਲ ਦੀ ਤਾਂ ਆਉਂਦੀ ਆ ਨਾ ਵੀ ਅਸੀਂ ਜਾ ਕਿੱਧਰ ਨੂੰ ਰਹੇ ਆ। ਤੇ ਜੇ ਉਹਨੂੰ ਵੀ ਟਾਰਗੇਟ ਕੀਤਾ ਜਾਂਦਾ ਤਾਂ ਫਿਰ ਤਾਂ ਵੈਲਕਮ ਹੈ, ਜੋ ਮਰਜ਼ੀ ਕਰਨਾ ਇਹਨੇ ਕਰ ਲੈਣ। ਨਹੀਂ, ਹਾਈ ਕਮਾਂਡ ਨੂੰ ਤਾਂ ਮੈਨੂੰ ਲੱਗਦਾ ਗੱਲ ਪਤਾ ਲੱਗ ਹੀ ਗਈ ਹੋਣੀ ਆ ਜਾਂ ਲੱਗ ਜਾਊਗੀ। ਪ੍ਰਗਟ ਜੀ, ਸੰਦੀਪ ਸੰਧੂ ਨੇ ਕੀ ਮਤਲਬ ਧਮਕੀ ਭਰੇ ਅੰਦਾਜ਼ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਕਿ ਮਤਲਬ ਉਹਨਾਂ ਦਾ ਇੱਕ ਅਪੀਲਿੰਗ ਰਵੱਈਆ ਸੀਗਾ ਕਿ ਉਹਨਾਂ ਨੇ ਅਪੀਲ ਕੀਤੀ ਹੋਵੇ ਤੁਹਾਨੂੰ? ਨਹੀਂ, ਮੈਨੂੰ ਕਹਿੰਦੇ ਗੱਲ ਬੜੀ ਕਲੀਅਰ ਆ। ਮੈਂ ਕਿਹਾ ਪਹਿਲਾਂ ਤਾਂ ਮੈਂ ਥੋੜਾ ਜਿਹਾ ਇਹ ਫੀਲ ਕੀਤਾ ਵੀ ਯਾਰ ਇਹ ਗੱਲ ਵੀ ਹੋ ਸਕਦੀ ਹੈ। ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਹੀ ਸੈਡ ਕਿ ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ। ਪ੍ਰਗਟ ਜੀ, ਕੀ ਲੱਗਦਾ ਜਿਸ ਤਰੀਕੇ ਦੇ ਨਾਲ ਜੋ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ, ਇਹ ਵੀ ਕਿਹਾ ਜਾ ਰਿਹਾ ਕਿ ਪ੍ਰਗਟ ਸਿੰਘ ਹੁਣੀ ਹੀ ਸਾਰੀਆਂ ਮੀਟਿੰਗਾਂ ਜਿਹੜੀਆਂ ਹੈਗੀਆਂ ਉਹ ਕਰਵਾ ਰਹੇ ਨੇ, ਇਕੱਠੇ ਸਭ ਨੂੰ ਕਰ ਰਹੇ ਨੇ, ਨਵਜੋਤ ਸਿੰਘ ਸਿੱਧੂ ਦੇ ਨਾਲ ਰਲ ਕੇ ਬਣਾ ਰਹੇ ਨੇ? ਮੇਰਾ ਕੋਈ ਧੜਾ ਨਹੀਂ ਹੈ, ਮੈਂ ਕਦੀ ਧੜਾ ਨਹੀਂ ਬਣਾਇਆ। ਮੈਂ ਤਾਂ ਇਹ ਪੋਲਿਟਿਕਸ 'ਚ ਮੈਂ ਤਾਂ ਟੀਮ ਬਣਾਈ ਹਮੇਸ਼ਾ। ਜੇ 10 ਸਾਲ ਹਿੰਦੁਸਤਾਨ ਦੀ ਕਪਤਾਨੀ ਕੀਤੀ ਆ ਤੇ ਉਹਦੇ ਵਿੱਚ ਹਰ ਬੰਦੇ ਦਾ ਰੋਲ ਹੁੰਦਾ। ਕਪਤਾਨ ਇਹੋ ਜਿਹਾ ਹੋਣਾ ਚਾਹੀਦਾ ਵੀ ਜਿਹਦੇ ਕੋਲ ਜਿਹੜੀ ਕਪੈਸਿਟੀ ਹੈਗੀ ਆ ਉਹਨੂੰ ਰੋਲ ਦੇ ਕੇ ਉਹਦੇ ਕੋਲੋਂ ਕੰਮ ਕਰਾਵੇ। ਤੇ ਜੇ ਇਹੀ ਕਹਿ ਦੇਣਾ ਵੀ ਇਹ ਧੜਾ ਕ੍ਰੀਏਟ ਕਰਦੇ ਆ, ਕਿਹੜਾ ਧੜਾ ਕ੍ਰੀਏਟ ਕਰਦੇ ਆ? ਜੇ ਅਸੀਂ ਮਿਲ ਲਿਆ, 4 ਮਿਨਿਸਟਰ ਮਿਲ ਗਏ, ਜੇ ਕੋਈ ਐਮਐਲਏ ਬਹਿ ਕੇ ਮਿਲ ਗਿਆ, ਅਸੀਂ ਤਾਂ ਰੋਜ਼ ਮਿਲਦਾ, ਮੈਂ ਤਾਂ ਸਾਰਿਆਂ ਨੂੰ ਮਿਲਦਾ, ਮੈਂ ਤਾਂ ਕੱਲ ਵੀ ਪਰਸੋਂ ਵੀ ਮਿਲਿਆ, ਮੈਂ ਕਦੋਂ ਕਹਿੰਦਾ ਨਹੀਂ ਮਿਲਿਆ। ਤੇ ਜੇ ਇਹ ਕੋਈ ਕ੍ਰਾਈਮ ਹੈ ਤਾਂ ਫਿਰ ਉਸ ਕ੍ਰਾਈਮ ਦੇ ਵਿੱਚ ਮੈਂ ਉਸ ਗੱਲ ਨੂੰ ਐਕਸੈਪਟ ਕਰਨ ਨੂੰ ਤਿਆਰ ਹੈਗਾ। ਨਹੀਂ, ਵਿਜੀਲੈਂਸ ਤਾਂ ਬੇਸਿਕਲੀ ਵਰਤਿਆ ਜਾਂਦਾ। ਮੈਨੂੰ ਇਹ ਵੀ ਪਤਾ ਵੀ ਕਿੰਨੇ ਕੁ ਸਰਕਾਰੀ ਬੰਦੇ ਜਦੋਂ ਕਿਤੇ ਸਰਕਾਰਾਂ ਬਦਲਦੀਆਂ ਤਾਂ ਹੌਸਟਾਈਲ ਹੁੰਦੇ ਆ। ਜੇ ਵਿਜੀਲੈਂਸ ਨੇ ਕਰਨਾ ਸੀ ਤਾਂ ਆਹ 2 ਕੇਸ 4 ਸਵਾ 4 ਸਾਲ ਹੋ ਗਏ ਆ, ਹਜੇ ਤਾਈਂ ਲਟਕਦੇ ਰਹੇ ਆ। ਇਹਨਾਂ ਨੂੰ ਕੌਣ ਰੋਕਦਾ? ਜਦੋਂ ਇੱਕ ਵਾਰੀ ਐਵੀਡੈਂਸ ਆ ਜਾਂਦੀ ਆ, ਜਦੋਂ ਇੱਕ ਵਾਰੀ ਇਹ ਆ ਜਾਂਦਾ ਵੀ ਹਾਂ ਬਈ ਇਰੀਗੇਸ਼ਨ ਦਾ ਸਕੈਮ ਆਪਾਂ ਨੂੰ ਸਭ ਨੂੰ ਪਤਾ ਨਾ, ਉਹ ਕਦੀ ਸੱਜੇ ਨੂੰ ਤੋੜ ਦੇਣਾ, ਕਦੀ ਖੱਬੇ ਨੂੰ ਤੋੜ ਦੇਣਾ।
ਮੈਂ ਤਾਂ ਸੱਚੀ ਗੱਲ ਹੈ, ਮੈਂ ਜੇ ਨੌਕਰੀ ਕੀਤੀ ਆ ਨਾ, ਬਦਕਿਸਮਤੀ ਇਹ ਆ ਕਿ ਇਹ ਲੋਕੀ ਜਿਹੜੇ ਪੜ੍ਹੇ ਲਿਖੇ ਵੀ ਆ, ਮੈਂ ਨਹੀਂ ਕਹਿੰਦਾ ਬਿਊਰੋਕਰੈਟ ਚ ਇਮਾਨਦਾਰ ਨਹੀਂ ਹੈਗੇ ਆ, ਲੇਕਿਨ ਉਹਨਾਂ ਨੂੰ ਇਹੋ ਜਿਹਾ ਸਿਸਟਮ ਚ ਲਿਜਾ ਕੇ ਇਹੋ ਜਿਹਾ ਖੱਚ ਕੀਤਾ ਜਾਂਦਾ ਵੀ ਤਾਂ ਕਿ ਉਸ ਆਰਗੇਨਾਈਜੇਸ਼ਨ ਨੂੰ ਖਰਾਬ ਕਰ ਦਿਓ, ਖਿਲਾਰ ਦਿਓ, ਉਸ ਸਿਸਟਮ ਨੂੰ ਖਿਲਾਰ ਦਿਓ। ਉਹ ਖੜੀਏ ਯਾਰ, ਕਿੰਨੇ ਪੈਸੇ ਚਾਹੀਦੇ ਆ? ਪੈਸੇ ਬਹੁਤੇ ਨਹੀਂ ਚਾਹੀਦੇ ਜ਼ਿੰਦਗੀ ਦੇ ਵਿੱਚ। ਪ੍ਰਗਟ ਸਿੰਘ ਜੀ, ਹੁਣ ਤੱਕ ਤੁਹਾਨੂੰ ਕੌਣ ਮਿਲਣ ਆ ਚੁੱਕਿਆ ਜਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਤੇ ਕੀ ਕੁਝ ਧਮਕੀਆਂ ਹੁਣ ਤੱਕ ਦਿੱਤੀਆਂ ਗਈਆਂ? ਨਹੀਂ, ਮਿਲਦੇ ਤਾਂ ਅਸੀਂ ਰੋਜ਼ ਹੀ ਆ, ਇਹ ਤਾਂ ਕੋਈ ਰੌਲਾ ਹੀ ਨਹੀਂ ਹੈ ਵੀ ਅਸੀਂ ਕੋਈ ਮਿਲਦੇ ਨਹੀਂ ਹੈ, ਪਰ ਧਮਕੀਆਂ ਮੈਨੂੰ ਜ਼ਰੂਰ ਵੀਰਵਾਰ ਨੂੰ ਇਹ ਫੋਨ ਕਰਕੇ, ਔਰ ਮੈਂ 2-3 ਦਿਨ ਰਿਐਲਿਟੀ 'ਚ ਇਹ ਆ ਕਿ ਮੈਂ 2-3 ਦਿਨ ਬੜਾ ਅਪਸੈਟ ਰਿਹਾ। ਮੈਂ ਮਹਿਸੂਸ ਕੀਤਾ ਕਿ ਜੇ ਕੋਈ ਕਿਸੇ ਕਿਸਮ ਦਾ ਬੇਅਦਬੀਆਂ ਦਾ, ਜੇ ਕੋਈ ਕਿਸੇ ਕਿਸਮ ਦਾ ਸਿਸਟਮ ਦੀ ਗੱਲ ਕਰਦਾ, ਤੇ ਜੇ ਉਹਦੇ ਨਾਲ ਡੀਲ ਇਦਾਂ ਦਾ ਤੁਸੀਂ ਕਰਦੇ ਆ ਤਾਂ ਫਿਰ ਸਾਡੇ ਸਿਸਟਮ ਦੇ ਵਿੱਚ ਸੁਧਾਰ ਨਹੀਂ ਆਉਣਾ।